Hello, dear students, how are you? Today we are going to study phrasal verbs. Phrasal verbs ਕੀ ਨੇ? Phrasal verbs ਨੇ ਜਿਸ ਤਰ੍ਹਾਂ verb ਦੇ ਨਾਲ ਇੱਕ ਕੋਈ adjective ਜਾਂ ਕੋਈ preposition ਜਾਂ ਕੋਈ adverb ਆ ਜਾਵੇ ਤਾਂ ਉਹ ਫਿਰ phrasal verb ਬਣ ਜਾਂਦਾ ਹੈ verb ਦੇ ਨਾਲ ਜੇਕਰ ਆ ਜਾਵੇ ਤੇ ਜਿਸ ਤਰ੍ਹਾਂ ਆਪਾਂ ਕਈ ਵਾਰ ਪੜ੍ਹਦੇ ਹਾਂ ਤਾਂ ਆਪਾਂ ਸਮਝਦੇ ਹਾਂ ਕਿ ਇਹ ਜਿਸ ਤਰ੍ਹਾਂ ਪੁੱਟ ਸ਼ਬਦ ਇੱਕ ਪੁੱਟ ਹੁਣ ਪੁੱਟ ਨੂੰ ਜੇਕਰ ਆਪਾਂ ਪੁੱਟ ਦਾ ਇਕੱਲਾ ਮਤਲਬ ਵੇਖੀਏ ਤਾਂ ਉਹ ਹੁੰਦਾ ਰੱਖਣਾ ਪਰ ਜੇਕਰ ਪੁੱਟ ਦੇ ਨਾਲ ਆਪਾਂ ਕੋਈ ਪ੍ਰੈਪੋਜੀਸ਼ਨ ਲਾ ਦਈਏ ਜਿਸ ਤਰ੍ਹਾਂ ਪੁੱਟ ਅਕ੍ਰੋਸ ਪੁੱਟ ਅਸਾਈਡ ਪੁੱਟ ਫਾਰਵਰਡ ਪੁੱਟ ਔਨ ਪੁੱਟ ਆਫ ਪੁੱਟ ਆਊਟ ਪੁੱਟ ਅਪ ਪੁੱਟ ਥਰੂ ਤਾਂ ਇਹਦਾ ਮਤਲਬ ਬਦਲ ਜਾਏਗਾ ਫਿਰ ਇਹਦਾ ਮਤਲਬ ਰੱਖਣਾ ਨਹੀਂ ਹੋਏਗਾ ਫਿਰ ਇਸਦੇ ਅੱਡੋ ਅੱਡ ਵੱਖੋ ਵੱਖਰੇ ਮੀਨਿੰਗਸ ਹੋਣਗੇ ਸੋ ਇਹ ਜਿਸ ਤਰ੍ਹਾਂ ਦੀ ਪ੍ਰੈਪੋਜੀਸ਼ਨ ਲੱਗੀ ਹੈ ਇਸ ਵਰਬ ਦੇ ਨਾਲ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹਦਾ ਮਤਲਬ ਹੈ ਜਿਹੜਾ ਉਹਦਾ ਮੀਨਿੰਗ ਹੈ ਉਹ ਬਦਲ ਜਾਏਗਾ ਸੋ ਇਹ ਬੜਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਜਿਹੜੀ ਭਾਸ਼ਾ ਹੈ ਇਹਦੇ ਵਿੱਚ ਜਿਹੜੇ ਫਰੇਜ਼ਸ ਨੇ ਜਿਹੜੇ ਕਿੰਨੇ ਵੀ ਨੇ ਚਾਹੇ ਨਾਨ ਫਰੇਜ਼ ਹੈ ਚਾਹੇ ਉਹ ਐਡਵਰਬੀਅਲ ਫਰੇਜ਼ ਹੈ ਚਾਹੇ ਉਹ ਵਰਬ ਫਰੇਜ਼ ਹੈ ਇਹਨਾਂ ਦੇ ਵਿੱਚ ਜਦੋਂ ਕੋਈ ਨਵਾਂ ਸ਼ਬਦ ਹੋਰ ਲੱਗਦਾ ਹੈ ਤਾਂ ਉਹਦਾ ਸਾਰੇ ਦਾ ਸਾਰਾ ਮਤਲਬ ਚੇਂਜ ਹੋ ਜਾਂਦਾ ਹੈ ਤੇ ਕਈ ਵਾਰ ਸਾਨੂੰ ਇਹ ਭਾਸ਼ਾ ਨੂੰ ਇਹਦਾ ਮੀਨਿੰਗ ਸਮਝਣ 'ਚ ਬੜੀ ਦਿੱਕਤ ਆਉਂਦੀ ਹੈ ਕਿ ਇਹਦਾ ਕੀ ਮਤਲਬ ਬਣਿਆ ਕਿਉਂਕਿ ਇਹਦਾ ਮਤਲਬ ਤਾਂ ਇਸ ਤਰ੍ਹਾਂ ਸੀਗਾ ਪਰ ਆ ਜਦੋਂ ਨਾਲ ਲੱਗ ਗਿਆ ਤਾਂ ਇਹਦਾ ਮਤਲਬ ਸਾਰਾ ਚੇਂਜ ਹੋ ਜਾਂਦਾ ਹੈ ਸੋ ਜਿਸ ਤਰ੍ਹਾਂ ਆਪਾਂ ਹੁਣ ਵਾਰੀ ਪੜਾਂਗੇ ਕੁਝ 10 11 ਮੈਂ ਪੁੱਟ ਦੇ ਬਾਰੇ ਅੱਜ ਗੱਲ ਕਰਾਂਗੇ ਸਿਰਫ ਪੁੱਟ ਦੇ ਬਾਰੇ ਪੁੱਟ ਪੁੱਟ ਦੇ ਬਾਰੇ ਕਿ ਪੁੱਟ ਨਾਲ ਕੋਈ ਪ੍ਰੈਪੋਜੀਸ਼ਨ ਆ ਜਾਵੇ ਤਾਂ ਉਹਦਾ ਜਿਹੜਾ ਮਤਲਬ ਹੈ ਉਹ ਬਿਲਕੁਲ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਪੁੱਟ ਅਕ੍ਰੋਸ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਆਪਣੀ ਗੱਲ ਸਮਝਾ ਦੇਣੀ when you succeed in making the people understand what you say what you want to say when you succeed in explaining something to someone ਉਹਨੂੰ ਆਪਾਂ ਕਹਿੰਦੇ ਆ put across ਜਦ ਆਪਾਂ ਕਹਾਂਗੇ he could not put across his ideas to the people ਕਿ ਉਹ ਲੋਕਾਂ ਨੂੰ ਆਪਣੇ ਆਈਡੀਆਜ਼ ਸਮਝਾ ਨਹੀਂ ਸਕਿਆ put across ਵਿੱਚ ਸਮਝਾ ਦੇਣਾ ਉਸ ਤੋਂ ਬਾਅਦ ਇਹ ਜਦ ਆਪਾਂ ਕਹੀਏ ਕਿ I will try to put across this concept to the students ਮੈਂ ਸਟੂਡੈਂਟ ਨੂੰ ਇਹ ਕਨਸੈਪਟ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਹੁਣ ਜੇ ਇੱਕ ਹੋਰ ਕਰੋ ਇੱਕ ਇਹਦੀ ਐਗਜ਼ਾਮਪਲ ਬਹੁਤ ਕਰਦੇ ਹਾਂ ਕਿ he failed to put across his feelings ਕਿ ਉਹ ਆਪਣੀਆਂ ਫੀਲਿੰਗਸ ਨੂੰ ਦੱਸਣ ਦੇ ਵਿੱਚ ਨਾਕਾਮਯਾਬ ਰਿਹਾ ਸੋ put across ਮੀਨਸ ਕਿਸੇ ਨੂੰ ਸਮਝਾਉਣਾ put across ਮੀਨਸ ਕਿਸੇ ਨੂੰ ਸਮਝਾਉਣਾ to make the other people understand what you think what your ideas are put across means to explain something easily to someone ਇਹ ਹੈਗਾ put across ਇਸ ਤੋਂ ਬਾਅਦ ਆ ਗਿਆ put aside ਹੁੰਦਾ ਵਾ ਪਾਸੇ ਰੱਖਣਾ ਇਗਨੋਰ ਕਰਨਾ ਜਾਂ ਭੁੱਲ ਜਾਣਾ ਆਪਾਂ ਕਹਿੰਦੇ ਆ ਕਿ ਪਲੀਜ਼ put aside your mistakes my father asked me to put aside what I think ਜਾਂ they asked their friends to put aside their differences ਕਿ ਉਹ ਆਪਣੀ differences ਨੂੰ ਭੁੱਲ ਜਾਣ ਜਾਂ ਪਾਸੇ ਰੱਖ ਦੇਣ ਸੋ put aside means ਪਾਸੇ ਰੱਖਣਾ ਇਸ ਤੋਂ ਬਾਅਦ ਆਪਾਂ ਕਰਦੇ ਹਾਂ put forward ਹੁੰਦਾ ਕੋਈ ਨਵਾਂ ਪਲਾਨ ਦੱਸਣਾ ਕੋਈ ਨਵਾਂ ਪਲਾਨ ਸੁਜੈਸਟ ਕਰਨਾ ਉੱਥੇ ਆਪਾਂ put forward ਲਾਉਂਦੇ ਹਾਂ ਉਸ ਤੋਂ ਬਾਅਦ ਆ ਗਿਆ put on means ਪਹਿਨਣਾ ਵੀ ਹੁੰਦਾ put on means ਜੇ ਕੋਈ ਆਪਾਂ ਕਹੀਏ ਕਿ ਮੈਂ ਕੱਪੜੇ ਪਹਿਨ ਰਿਹਾ ਹਾਂ I am putting on these clothes I am putting on this shirt I have put on this shirt ਮੈਂ ਸ਼ਰਟ ਪਹਿਨੀ ਆ ਮੈਂ ਸ਼ਰਟ ਪਹਿਨ ਰਿਹਾ ਅੱਛਾ ਜੇਕਰ ਕਿਸੇ ਦਾ ਭਾਰ ਵੱਧ ਰਿਹਾ ਹੋਵੇ ਤਾਂ ਆਪਾਂ ਵੀ ਕਹਿੰਦੇ ਆ ਕਿ he is putting on weight ਕਿ ਉਹਦਾ ਭਾਰ ਵੱਧ ਰਿਹਾ ਮੋਟਾ ਹੋ ਰਿਹਾ he is putting on weight put on ਆ ਗਿਆ put on ਦਾ ਭਾਵ ਇਹ ਵੀ ਹੁੰਦਾ ਜੀ ਕਿ ਆਪਾਂ ਜਦੋਂ ਕਿਸੇ ਬ੍ਰੈਡ ਉੱਪਰ ਕੋਈ ਜੈਮ ਲਾਉਂਦੇ ਆ ਕੋਈ ਚੀਜ਼ ਅਪਲਾਈ ਕਰਦੇ ਆ ਤਾਂ ਉਹ ਵੀ put on ਦਾ ਕਿ I put some jam on the bread my mother put some butter on the ਚਪਾਤੀ ਸੋ put on ਵਿੱਚ ਲਾ ਦੇਣਾ ਅਪਲਾਈ ਕਰਨਾ ਸੋ put on ਦੇ ਮਤਲਬ ਬਣ ਗਏ ਤਿੰਨ ਕਾਫੀ ਨੇ ਇਸ ਤੋਂ ਜ਼ਿਆਦਾ ਨੇ ਪਰ ਆਪਾਂ ਜਿਹੜੇ ਮੇਨ ਸਮਝਦੇ ਆ ਕਿ put on ਵਿੱਚ ਪਹਿਨਣਾ ਵੀ ਹੋ ਸਕਦਾ ਵਾ put on ਵਿੱਚ ਜਿਵੇਂ ਭਾਰ ਵਧਾਉਂਦੇ ਆ ਆਪਣਾ ਉਹ ਵੀ ਹੋ ਸਕਦਾ put on ਵਿੱਚ ਅਪਲਾਈ ਕਰਨਾ ਵੀ ਹੋ ਸਕਦਾ ਸੋ ਕਨਫਿਊਜ਼ ਨਹੀਂ ਹੋਣਾ ਤੁਸੀਂ ਹੁਣ ਇਹ ਸ਼ਬਦ ਨੂੰ ਕਿਸੇ ਸੈਂਟੈਂਸ ਨੂੰ ਸੁਣ ਕੇ you will understand easily that what it means whether it is talking about wearing whether it is talking about gaining or whether it is talking about applying so put on
उस तो बाद आप करांगे पुट ऑफ। पुट ऑफ होंदा पोस्टपोन करना, अगे पा देना। आप एक बड़ा प्रयोग पढ़ते रहे हैं कि डोंट पुट ऑफ टिल टुमारो व्हाट यू कैन डू टुडे, कि अज का काम कल ते ना छड्डो, जो तुसी अज कर सकते हो वो तुसी कल ते ना छड्डो। द डायरेक्टर्स हैव पुट ऑफ देयर मीटिंग, उन्होंने मीटिंग अगे पाती है। वी हैव पुट ऑफ द मैरिज ऑफ अवर सिस्टर, असी अपनी भैन का विआह अगे पाता। सो पुट ऑफ मीन पोस्टपोन करना, अगे पाना। उस तो बाद आएगा पुट ओवर। पुट ओवर, पुट ओवर ते पुट अक्रॉस का मतलब सेम होता, समझाना किसी को। पुट ओवर पुट अक्रॉस का मतलब सेम। पुट आउट, हम पुट आउट के बहुत मतलब बनते हैं, पर ज़्यादातर असं किस काम वास्ते वरतते हैं? आप कहते हैं कि ये दीवा बुझा दो, पुट आउट दिस लैंप, पुट आउट दिस लाइट, बुझा देना, बुझा देना। ਆਪਾਂ स्विच ऑफ भी कहने, स्विच ऑन तो स्विच ऑफ। स्विच ऑन जगाना, स्विच ऑफ बुझाना। पुट ऑफ भी बुझाना होंगे वा, किसी को कोई चीज़ बुझा देना। जे आप दीवा बुझाने फूक मार के तो आप कहने ब्लो आउट, ब्लो आउट द लैंप, दीवा फूक मार के बुझा देना। सो पुट आउट का मतलब भी स्टॉप फ्रॉम बर्निंग, बुझा देना। इस तो बाद आप गल करांगे पुट डाउन की। हुण पुट डाउन के भी काफ़ी मतलब ने। एक पुट डाउन होंदा वा छड़ देना, सुट देना। आई पुट डाउन माई बैग ऑन द टेबल, मैं टेबल ते अपना बैग रखता, पुट डाउन। अच्छा, एक पुट डाउन का मतलब किसी की बेइज्जती करनी। डोंट पुट डाउन, डोंट पुट द पुअर पीपल डाउन, कि गरीब लोगों की बेइज्जती ना करो, या किसी को स्टूपिड विखाने की कोशिश करती। माई बॉस ऑलवेज ट्राइज टू पुट मी डाउन, कि मेरा बॉस मैनू हमेशा मेरी बेइज्जती करते रहता। सो पुट डाउन। अच्छा, पुट डाउन भी राइट भी होता जी, जिवें नोट डाउन, राइट डाउन, पुट डाउन, लिखना। आप कहते हैं प्लीज राइट डाउन दिस ऐसे, प्लीज पुट डाउन दिस ऐसे, प्लीज नोट डाउन। सो इसका मतलब लिखना भी होंगे, पुट डाउन नहीं लिखना। आई एम पुटिंग डाउन सम आर्टिकल ऑन दिस टॉपिक, सो पुट डाउन का है। उस तो बाद आ गया पुट थ्रू। पुट थ्रू, पुट थ्रू होंदा वा किसी नूं आपां गल कर, कोई बंदा गल कर रहा वा, वो कहंदा कि मैं तुहाडी गल उहदे नाल करवाउणा वा, जदों दूजे नूं आपां कनैक्ट करदे हां इंटरकॉम राहीं, तो दैट इज कॉल्ड पुट थ्रू। कहंदा पुट थ्रू। द रिसेप्शनिस्ट पुट द कॉल थ्रू टू द प्रिंसीपल, दूजे नाल गल करवाती। अच्छा, एक आ गया पुट अप। पुट अप होंदा, पुट अप के बड़े मतलब है। पुट अप का मतलब उसारना भी होंगे। पुट अप मीन वधाउणा, पुट अप मीन कोई चीज़ फिक्स करना भी होंगे। जिवें आई एम ट्राइंग टू पुट अप दिस क्लॉक ऑन द टेबल और वॉल, मैं इस कंध नाल ये फोटो ला रहा, क्लॉक ला रहा। वी विल ट्राई टू कंस्ट्रक्ट, वी विल ट्राई टू पुट अप अ शेड इन द गार्डन, असीं गार्डन विच अपना एक शेड बनावांगे, उत्थे पुट अप नहीं बनाना, कंस्ट्रक्ट करना। हुण जे आपां कहिए इनक्रीज वधाउणा, द गौरमेंट हैज़ पुट अप द रेट ऑफ इंटरस्ट, कि गौरमेंट ने इंटरस्ट का रेट वधाता। सो इत्थे पुट अप का मतलब वधाउणा आ गया। सो पुट अप का मतलब कंस्ट्रक्ट भी आ, उसारी करनी भी आ। पुट अप का मतलब इनक्रीज करना भी आ। पुट अप का मतलब फिक्स करना भी है। पुट अप का मतलब पेश करना भी है। आई विल ट्राई टू पुट अप दिस मैटर बिफोर द डायरेक्टर्स, पेश करना आ गया। अच्छा, पुट अप विद। पुट अप कला पुट अप आ गया, एक आ गया पुट अप विद। पुट अप विद मीन्स टॉलरेट करना, इंड्यूर करना, किसी को चलना, कि नाउ आई एम नॉट गोइंग टू पुट अप विद दिस नॉनसेंस, कि हुण मैं इस नॉनसेंस को टॉलरेट नहीं करूँगा। सो यू मस्ट ट्राई टू यूज दीज फ्रेजेस into sentences if you want to understand the proper meaning of these phrases, क्योंकि प्रैक्टिस के नाल ही तुहानूं आउणगे, जिन्नी बार तुसीं वध प्रैक्टिस करोगे उन्ना ही तुहानूं जल्दी आउणगे। सो आपां हुण कुछ वीडियोज़ दे विच जिहड़े आ वो 5-7-10 वीडियोज़ इस तरह बनावांगे, जिन्हां दे विच ये फ्रेजेस, ये फ्रेजल वर्ब्स जां नॉन फ्रेजेस आउणगे, जिन्हां नूं तुसीं ईजिली समझ सकोगे। तुहाडी अंग्रेजी होर इनरिच होएगी एंड यू विल बी एबल टू स्पीक इफेक्टिव इंग्लिश। सो थैंक यू वेरी मच।